ਜਿਹੜੇ ਰਿਜ਼ਕ ਦੇ ਅੰਦਰ ਬਰਕਤ ਪੈਂਦੀ ਹੈ ਨਾ, ਜਿਹੜੇ ਲੋਕ ਆਉਂਦੇ ਨੇ ਜੀ ਰਿਜ਼ਕ 'ਚ ਬਰਕਤ ਨਹੀਂ, ਕੀ ਕਰੀਏ, ਕਮਾਨੇ ਵੀ ਆ, ਪੂਰੀ ਨਹੀਂ ਪੈਂਦੀ। ਪੂਰੀ ਪਤਾ ਕਿਉਂ ਨਹੀਂ ਪੈਂਦੀ? ਇਹ ਤੁਹਾਨੂੰ ਦੱਸਣ ਲੱਗਾ ਕਿਉਂ ਨਹੀਂ ਜੇ ਪੈਂਦੀ। ਇਹ ਵੀ ਗੱਲ ਲੈ ਜਾਓ ਜ਼ਿਹਨ 'ਚ। ਫੈਸਲਾਬਾਦ ਇੱਕ ਸਾਡੇ ਜਾਣਨ ਵਾਲੇ, ਮੈਨੂੰ ਉਹਨਾਂ ਨੇ ਕਿਹਾ, ਉਹਨਾਂ ਕਿਹਾ ਕਾਰੀ ਸਾਹਿਬ ਮੈਂ ਨਾ ਕੋਈ ਕਾਰੋਬਾਰ ਕਰਨਾ ਚਾਹੁੰਦਾ। ਇਹ ਗੱਲ ਦੇ ਵਿੱਚ ਸਬਕ ਹੈ, ਤਾਂ ਤੁਹਾਨੂੰ ਸੁਣਾਉਣ ਲੱਗਾ, ਬੜਾ ਵੱਡਾ ਸਬਕ। ਕਿਹੜਾ ਕਾਰੋਬਾਰ ਕਰਾਂ? ਮੈਂ ਉਹਨੂੰ ਕਿਹਾ ਵੀ ਤੂੰ ਖਾਣ ਪੀਣ ਦਾ ਜਿਹੜਾ ਨਾ ਹੋਟਲ ਬਣਾ ਲੈ। ਉਹਦੇ ਕੋਲ ਪੈਸੇ ਤੇ ਇੰਨੇ ਹੈ ਕੋਈ ਨਹੀਂ ਸਨ। ਉਹਨੇ ਘਰ ਹੀ, ਉਹਦੀ ਬੀਵੀ ਨੇ ਨਾ ਉਹਨੂੰ ਕੋਈ ਪਤੀਲੇ ਦੇ ਵਿੱਚ ਕੋਈ ਦਾਲ ਪਕਾ ਦਿੱਤੀ, ਕੋਈ ਚਾਵਲ ਪਕਾ ਦਿੱਤੇ। ਉਹਨੇ ਜਨਾਬ ਦੁਕਾਨ ਪਾ ਲਈ, ਹੋਟਲ ਛੋਟਾ ਜਿਹਾ ਪਾ ਲਿਆ, ਪਤੀਲੇ ਥੋੜੇ ਜਿਹੇ ਚਾਵਲ ਤੇ ਥੋੜੀ ਜਿਹੀ ਦਾਲ ਘਰ ਹੀ ਬਣਾ ਕੇ ਨਾ ਸ਼ੁਰੂ ਕਰ ਲਿਆ ਕੰਮ। ਉਹ 15 ਦਿਨਾਂ ਬਾਅਦ ਮੈਨੂੰ ਫੋਨ ਆਇਆ, ਉਹ ਕਹਿੰਦਾ ਜੀ ਕਾਰੀ ਸਾਹਿਬ ਤੁਸੀਂ ਕਿਹਾ ਸੀ ਕੰਮ ਕਰੋ ਤੇ ਉਹ ਬੰਦਾ ਹੀ ਕੋਈ ਨਹੀਂ ਹੁੰਦਾ। ਹੋਟਲ ਤੇ ਖਾਣ ਵਾਲਾ, ਦੁਕਾਨ ਤੇ ਬੰਦਾ ਹੀ ਕੋਈ ਨਹੀਂ ਹੁੰਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਨਾ ਇੱਕ ਕੰਮ ਕਰ, ਉਹ ਸ਼ੀਸ਼ਾ ਜਿਹੜਾ ਨਾ ਤੇਰੀ ਦੁਕਾਨ ਦਾ, ਉਹਦੇ ਸਾਹਮਣੇ ਇੱਕ ਪਰਚੀ ਬਣਾ ਕੇ ਨਾ ਤੇ ਉੱਥੇ ਲਾ ਛੱਡ। ਕਾਹਦੀ? ਮੈਂ ਕਿਹਾ ਉਹਦੇ ਤੇ ਲਿਖ ਵੀ ਜਿਸ ਬੰਦੇ ਕੋਲ ਪੈਸੇ ਨਹੀਂ ਉਹਨੂੰ ਖਾਣਾ ਫਰੀ। ਤਵੱਜੋ ਕਰਿਓ ਜ਼ਰਾ, ਜਿਸ ਬੰਦੇ ਕੋਲ ਪੈਸੇ ਨਹੀਂ, ਬੜੇ ਬੰਦੇ ਹੁੰਦੇ ਨੇ ਜਿਹੜੇ ਸਿਰਫ ਕਿਰਾਇਆ ਲੈ ਕੇ ਸਿਆਲਕੋਟ ਆਉਂਦੇ ਨੇ ਵੀ ਦਿਹਾੜੀ ਲੱਗੇਗੀ ਤੇ ਫਿਰ ਖਾ ਲਾਂਗੇ, ਨਾ ਲੱਗੀ ਤੇ ਫਿਰ 150 ਰੁਪਇਆ ਕਿਰਾਇਆ ਉਹਨਾਂ ਜੇਬ 'ਚ ਰੱਖਿਆ ਹੁੰਦਾ ਵਾਪਸ ਜਾਣ ਵਾਸਤੇ। ਬੜੇ ਬੜੇ ਬੰਦੇ ਮਜਬੂਰ ਹੁੰਦੇ, ਸਾਰੇ ਮੰਗਣ ਵਾਲੇ ਵੀ ਨਹੀਂ ਹੁੰਦੇ। ਕਈ ਵਾਰੀ ਕੋਈ ਬੰਦਾ ਆਂਦਾ ਮੈਂ ਜਾਣਾ ਵੇ ਤੇ ਅਸੀਂ ਸਮਝਦੇ ਨੌਸਰਬਾਜ਼ ਹੋਣਾ ਯਾਰ, ਐਵੇਂ ਪਤਾ ਨਹੀਂ ਇਹਨੇ ਜਾਣਾ ਵੀ ਕਿ ਨਹੀਂ ਜਾਣਾ, ਜੇ ਮੈਂ ਭਾਗੋਵਾਲ ਜਾਣਾ ਮੇਰੇ ਕੋਲ ਕਿਰਾਇਆ ਕੋਈ ਨਹੀਂ। ਬੜੇ ਬੜੇ ਬੰਦੇ ਹੁੰਦੇ। ਜੇ ਆਪਣਾ ਜ਼ਿਹਨ ਸਾਫ਼ ਰੱਖਿਆ ਕਰੋ, ਗਲਤ ਫਹਿਮੀ ਨਾ ਕਿਸੇ ਬਾਰੇ ਰੱਖਿਆ। ਕੋਈ ਗਲਤ ਵੀ ਹੈ ਵੇ ਲੇਕਿਨ ਤੁਸੀਂ ਉਹਨੂੰ ਗਲਤ ਨਾ ਕਹੋ, ਉਹਦਾ ਰੱਬ ਨਾਲ ਮਾਮਲਾ, ਤੁਸੀਂ ਰੱਬ ਨਾਲ ਤਜਾਰਤ ਕਰਨੀ। ਮੈਂ ਉਹਨੂੰ ਕਿਹਾ ਵੀ ਆਪਣੀ ਦੁਕਾਨ ਤੇ ਨਾ ਲਿਖ ਕੇ ਲਾ ਵੀ ਜਿਹਦੇ ਕੋਲ ਪੈਸੇ ਕੋਈ ਨਹੀਂ ਉਹਦੇ ਵਾਸਤੇ ਖਾਣਾ ਫਰੀ। ਉਹਨੇ ਕਿਹਾ ਉਹ ਤੇ ਸਾਰੇ ਇੰਝ ਹੀ ਖਾਈ ਜਾਣ। ਸਾਡੇ ਪਾਕਿਸਤਾਨ ਦੀ ਆਵਾਮ ਦਾ ਵੀ ਤੁਹਾਨੂੰ ਪਤਾ ਹੈ ਨਾ। ਉਹ ਇੱਕ ਬੰਦੇ ਨੇ ਪਿੱਛੇ ਜੀ ਮਾਲਟਿਆਂ ਦੀ ਰੇਹੜੀ ਲਾਈ ਤੇ ਉਹਨੇ ਉੱਤੇ ਲਿਖਿਆ ਵੀ ਹੈ ਬੰਦਾ ਸ਼ਾਂਦਾ ਰੇਹੜੀ ਤੇ ਕੋਈ ਨਹੀਂ ਤੇ ਫਰੂਟ ਆਪਣੀ ਮਰਜ਼ੀ ਨਾਲ ਪਾ ਕੇ ਤੇ ਪੈਸੇ ਇਹਦੇ ਵਿੱਚ ਨਾ ਡੱਬੇ ਵਿੱਚ ਪਾ ਛੜਿਓ। ਇਮਾਨਦਾਰੀ ਚੈੱਕ ਕਰਨ ਵਾਸਤੇ ਉਹਨੇ ਬੰਦੇ ਨੇ ਕੰਮ ਕੀਤਾ। ਉਹ ਮਾਲਟਿਆਂ ਦੀ ਰੇਹੜੀ ਲਾਈ ਤੇ ਮਾਲਟੇ ਵੀ ਗਏ ਤੇ ਜਿਹਦੇ ਵਿੱਚ ਉਹਨੇ ਪੈਸੇ ਥੋੜੇ ਜਿਹੇ ਰੱਖੇ ਸਨ ਡੱਬਾ ਵੀ ਗਿਆ। ਅਸੀਂ ਮੁਸਲਮਾਨ ਹਾਂ ਜੀ, ਰੋਜ਼ੇ ਰੱਖੇ ਜੀ, ਅਸੀਂ ਦਾੜੀਆਂ ਰੱਖੀਆਂ ਨੇ। ਸਾਡੇ ਤੋਂ ਵੱਡਾ ਮੋਮਿਨ ਕੌਣ? ਪਾਕਿਸਤਾਨ ਤੋਂ ਵੱਡਾ ਮੁਸਲਮਾਨ ਕਿਹੜਾ? ਉਹਨੇ ਚੈੱਕ ਕੀਤਾ ਬੰਦਿਆਂ ਦੀ ਇਮਾਨਦਾਰੀ ਵੀ, ਬੰਦੇ ਇਮਾਨਦਾਰ ਵੀ ਹੈ ਨੇ ਕਿ ਨਹੀਂ। ਉਹ ਮਾਲਟੇ ਵੀ ਸਾਰੇ ਲੈ ਗਏ ਤੇ ਜਿਹੜੇ ਥੋੜੇ ਜਿਹੇ ਬਹੁਤੇ ਪੈਸੇ ਉਹਨੇ ਡੱਬੇ 'ਚ ਪਾਏ ਉਹ ਡੱਬਾ ਵੀ ਚੁੱਕਤਾ। ਕਿਹੜੀ ਗੱਲ ਕਰੀਏ ਫਿਰ, ਕਿਹੜੀਆਂ ਤਕਰੀਰਾਂ ਅਸੀਂ ਕਰੀਏ ਇੱਥੇ, ਤੇ ਕਿਹੜੇ ਜੁੰਮੇ ਰਹਿ ਜਾਂਦੇ ਤੇ ਕਿਹੜੇ ਰੋਜ਼ੇ ਰਹਿ ਜਾਂਦੇ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। ਅੱਛਾ ਉਹ ਕਿੱਥੇ ਸੀ ਗੱਲ? ਅੱਛਾ ਉਹਨੇ ਮੈਂ ਕਿਹਾ ਲਿਖ ਕੇ ਨਾ ਲਾ ਛੱਡ। ਉਹਨੇ ਉਹ ਡਰਦੇ ਲਾਇਆ ਵੀ ਪਤਾ ਨਹੀਂ ਉਹ ਫਰੀ ਨਾ ਲੋਕੀ ਸਾਰੇ ਖਾਈ ਜਾਣ ਤੇ ਜਿਹੜਾ ਉਹ ਮੈਨੂੰ ਨਾ ਨੁਕਸਾਨ ਹੋਈ ਹੈ। ਉਹਨੇ ਉਹ ਲਿਖ ਕੇ ਲਾ ਛੜਿਆ। ਕੋਈ 2-3 ਬੰਦੇ ਪਹਿਲੇ ਦਿਨ ਆਏ, ਉਹਨਾਂ ਕਿਹਾ ਜੀ ਸਾਡੇ ਕੋਲ ਪੈਸੇ ਕੋਈ। ਉਹਨੇ ਕਿਹਾ ਠੀਕ ਬਿਸਮਿਲ੍ਲਾ ਖਾ ਲਓ। ਤਕਰੀਬਨ ਕੋਈ 1.5 ਮਹੀਨਾ ਗੁਜ਼ਰਿਆ ਤੇ ਮੈਨੂੰ ਫੋਨ ਕਰਕੇ ਕਹਿੰਦਾ ਵੀ ਕਾਰੀ ਸਾਹਿਬ ਤੁਸੀਂ ਤੇ ਬੜਾ ਸੋਹਣਾ ਫਾਰਮੂਲਾ ਦੱਸਿਆ। ਮੈਂ ਕਿਹਾ ਕਿਉਂ? ਕਹਿੰਦਾ ਦਿਨ ਦੇ ਵਿੱਚ ਕੋਈ 2-3 ਬੰਦੇ ਹੁੰਦੇ ਨੇ ਜਿਹੜੇ ਆਂਦੇ ਨੇ ਸਾਡੇ ਕੋਲ ਪੈਸੇ ਕੋਈ ਨਹੀਂ ਤੇ ਮੈਂ ਉਹਨਾਂ ਨੂੰ ਖਾਣਾ। ਮੈਂ ਨਹੀਂ ਆਂਦਾ ਵੀ ਮੈਨੂੰ ਜੇਬਾਂ ਚੈੱਕ ਕਰਾਓ। ਬੰਦੇ ਆਂਦੇ ਜੇ ਇੱਥੇ ਅਜੇਬ ਹਾਂ ਭਲਾ ਤੇਰੇ ਕੋਲ ਪੈਸੇ ਹੈ ਨੇ ਕਿ ਨਹੀਂ, ਤਫਤੀਸ਼ ਕਰਨਗੇ ਜਿਵੇਂ SHO ਲੱਗੇ ਨੇ ਜਨਾਬ ਦੁਨੀਆ ਤੇ। ਅਗਲੇ ਬੰਦੇ ਤਫਤੀਸ਼ੀ ਬਣ ਜਾਣਗੇ ਵੀ ਤੂੰ ਵਾਕਈ ਹੱਕਦਾਰ ਹੈ ਕਿ ਨਹੀਂ, ਤੂੰ ਇੰਝ ਕਰਨਾ ਕਿ ਨਹੀਂ, ਤੂੰ ਚੰਗਾ ਭਲਾ ਹੈ, ਤੂੰ ਇੰਝ ਕਰਨਾ, ਤੂੰ ਉਂਝ। ਤਫਤੀਸ਼ ਤੇ ਜੇ ਅੱਲਾ ਇਹ ਸਾਡੀ ਤਫਤੀਸ਼ ਕਰਨ ਲੱਗੇ ਤੇ ਸਾਨੂੰ ਤੇ ਅੱਲਾ ਉਂਝ ਹੀ ਰੋਡ ਤੇ ਬਿਠਾ ਕੇ ਮੰਗਣ ਵਾਲੇ ਵਾਸਤੇ ਇੱਥੇ ਬਿਠਾ ਛੱਡ, ਚੱਲ ਬਾਹਰ ਤੇਰੀ ਕੀ ਅਸੀਅਤ, ਅਸੀਂ ਕੀ ਕਰਨੇ ਪਏ ਰੱਬ ਵਾਸਤੇ? ਦੱਸੋ ਨਾ ਜਿੰਨੇ ਸਾਰੇ ਆਏ ਹੋ ਕੀ ਕੀਤਾ ਜੇ ਅੱਲਾ ਵਾਸਤੇ? ਉਹ ਮਿਹਰਬਾਨ ਹੈ, ਉਹ ਤਫਤੀਸ਼ ਨਹੀਂ ਕਰਦਾ, ਉਹ ਬਿਨ ਮੰਗਿਆਂ ਦੇ ਹੀ ਛੱਡਦਾ। ਜਾ ਤੈਨੂੰ ਦੇ ਛੱਡ। ਕਹਿੰਦਾ ਕਾਰੀ ਸਾਹਿਬ ਮੇਰਾ ਇੱਕ ਪਤੀਲਾ ਨਹੀਂ ਸੀ ਵਿਕਦਾ, ਅਲਹਮਦੁਲਿਲਾ 1.5 ਮਹੀਨਾ ਹੋਇਆ ਹੁਣ ਮੈਂ ਦੇਗ ਵਿੱਚ ਚਾਵਲ ਪਕਾ ਰਿਹਾ, ਦੇਗ ਵਿੱਚ ਚਾਵਲ ਪਕਾ ਰਿਹਾ। ਤੇ ਮੈਂ ਜਦੋਂ ਫੈਸਲਾਬਾਦ ਗਿਆ ਤੇ ਮੈਂ ਜਾ ਕੇ ਉਹਦੇ ਹੱਥ ਚੁੰਮੇ ਉਸ ਬੰਦੇ ਨੇ। ਕੋਈ ਬੰਦੇ ਰਹਿੰਦੇ ਨੇ ਇਸ ਤੇ ਇਮਤਿਹਾਨ ਵਿੱਚ ਵੀ ਨਹੀਂ ਤੇ ਬੰਦੇ ਬੜੇ ਡੋਲ ਜਾਂਦੇ ਨੇ। ਉਹਨੇ ਕਿਹਾ, ਮੈਂ ਕਿਹਾ ਵੇਖ ਜਿਹੜੇ 3 ਬੰਦੇ ਤੇਰੇ ਕੋਲ ਫ੍ਰੀ ਖਾ ਕੇ ਜਾ ਰਹੇ ਨੇ ਨਾ, ਉਹ 10 ਬੰਦੇ ਤੇਰੇ ਵੱਲ ਭੇਜਦੇ ਪਏ ਨੇ। 10 ਬੰਦੇ ਪੈਸੇ ਲੈ ਕੇ ਆ ਰਹੇ ਨੇ, 3 ਬੰਦੇ ਫ੍ਰੀ। ਇਹ ਨਿਜ਼ਾਮ ਹੈ, ਕੁਦਰਤ ਅੱਲਾ ਦਾ ਨਿਜ਼ਾਮ ਹੈ, ਇਹ ਅੱਲਾ ਦਾ ਨਿਜ਼ਾਮ ਹੈ। ਅਗਰ 3 ਤੂੰ ਭੁੱਖਿਆਂ ਨੂੰ ਖਾਣਾ ਪਿਆ ਖਿਲਾਣਾ, ਅੱਲਾ ਉਹਦੇ ਬਦਲੇ 10-12 ਬੰਦੇ ਤੈਨੂੰ ਪੈਸੇ ਵਾਲੇ ਪੈ ਟੋੜਦਾ। ਮੈਂ ਕਿਹਾ ਤੇਰੀ ਦੁਕਾਨ ਤੇ ਪਹਿਲਾਂ ਵੜਦਾ ਕੋਈ ਨਹੀਂ ਸੀ, ਆਂਦਾ ਹੁਣ ਰਸ਼ ਨਹੀਂ ਮੁੱਕਦਾ, ਦਿਨ ਬ ਦਿਨ ਮੇਰਾ ਜਿਹੜਾ ਚਾਵਲ ਵੀ ਵੱਧਦੇ ਪਏ ਨੇ, ਸਾਲਣ ਵੀ ਵੱਧਦਾ ਪਿਆ।
ਤੇ ਮੈਂ ਕਿਹਾ ਉਹ ਨਾ ਹੋਵੇ ਜਦੋਂ ਤੂੰ ਹੋਟਲ ਚੰਗਾ ਵੱਡਾ ਬਣਾ ਛੱਡੇ ਤੇ ਲਿਸਟ ਹੀ ਲਾ ਛੱਡੇ। ਉਹ ਫਿਰ ਨੀਅਤ ਵੀ ਬਦਲ ਜਾਂਦੀ ਹੈ ਨਾ ਲੋਕਾਂ ਦੀ। ਜਦੋਂ ਗਰੀਬ ਹੁੰਦਾ ਉਦੋਂ ਆਂਦਾ ਜੀ ਮੈਨੂੰ ਦੇ ਤੇ ਮੈਂ ਲੱਖ ਰੁਪਈਆ ਤੈਨੂੰ ਦਿਆਂਗਾ, ਤੇ ਜਦੋਂ ਲੱਖ 2 ਲੱਖ ਲੱਭ ਜਾਂਦਾ ਉਹ ਆਂਦਾ ਹੁਣ ਪਤਾ ਨਹੀਂ ਕਿਹੜਾ ਅੱਲਾ ਨੇ ਮੈਨੂੰ ਪੁੱਛ ਲੈਣਾ, ਕਿਹੜਾ ਰੱਬ ਨੇ। ਜਦੋਂ ਅੱਲਾ ਬਾਂਹ ਫੜਨ ਲੱਗਦਾ ਫਿਰ ਬੰਦੇ ਜਿਹੜੇ ਨੇ ਉਹਨਾਂ ਦੀ ਨੀਅਤ ਵੀ ਬਦਲ ਜਾਂਦੀ ਹੈ ਨਾ। ਮਾੜਾ ਹੁੰਦਾ ਤੇ ਫਿਰ ਆਂਦਾ ਮੈਂ ਦਿਆਂਗਾ, ਤੇ ਜਦੋਂ ਅੱਲਾ ਦਿੰਦਾ ਤੇ ਫਿਰ ਉਹਦੀ ਨੀਅਤ ਬਦਲ ਜਾਂਦੀ। ਮੈਂ ਕਿਹਾ ਉਹ ਨਾ ਹੋਵੇ ਤੇਰਾ ਹੋਟਲ ਵੱਡਾ ਬਣਿਆ ਤੇ ਤੂੰ ਲਿਸਟ ਵੀ ਲਾ ਛੱਡੇ ਤੇ ਦਾਲ ਚਾਵਲ ਵੀ ਮਹਿੰਗੇ ਕਰ ਛੱਡੇ, ਵੀ ਹੁਣ ਮੇਰੀ ਦੁਕਾਨ 'ਚ ਟੈਲ ਪੱਥਰ ਲੱਗ ਗਿਆ, ਏਸੀ ਲੱਗ ਗਿਆ ਮੇਰੀ ਦੁਕਾਨ 'ਚ, ਹੁਣ ਖਰਚੇ ਜ਼ਿਆਦਾ ਹੋ ਗਏ ਨੇ। ਮੁਤਦਿਲ ਚੱਲੋ, ਇਤਦਾਲ ਨਾਲ ਚੱਲੋ, ਬਰਾਬਰੀ ਨਾਲ ਚੱਲੋ, ਅੱਲਾ ਬਰਕਤ ਪਾਉਂਦਾ ਜਾਏਗਾ। ਲੇਕਿਨ ਜਿਨ੍ਹਾਂ ਬੰਦਿਆਂ ਦੀ ਵਜ੍ਹਾ ਤੋਂ ਬਰਕਤ ਵੀ ਪੈਂਦੀ ਉਹਨਾਂ ਦਾ ਦਾਖਲਾ ਬੰਦ ਨਹੀਂ ਕਰਨਾ। ਉਹਨਾਂ ਦੀ ਰੋਟੀ ਰੋਜ਼ੀ ਅਸੀਂ ਉਂਝ ਦੇਣ ਵਾਲੇ ਕੌਣ ਆ? ਰੱਬ ਹੀ ਦਿੰਦਾ, ਲੇਕਿਨ ਅੱਲਾ ਨੇ ਇੱਕ ਡਿਊਟੀਆਂ ਲਾਈਆਂ ਹੁੰਦੀਆਂ ਨੇ। ਅੱਲਾ ਨੇ ਇੱਕ ਨਿਜ਼ਾਮ ਲਾਇਆ ਹੁੰਦਾ, ਡਿਊਟੀ ਲਾਈ ਹੁੰਦੀ ਹੈ। ਅਗਰ ਤੁਸੀਂ ਮੈਨੂੰ ਪੁੱਛੋ ਨਾ ਜੀ ਕਿ ਕਾਰੀ ਸਾਹਿਬ ਸਭ ਨਾਲ ਵੱਡੀ ਇਬਾਦਤ ਕਿਹੜੀ ਹੈ, ਤੇ ਮੈਂ ਆਖਾਂਗਾ ਅੱਲਾ ਦੇ ਬੰਦੇ ਨੂੰ ਖਾਣਾ ਖਿਲਾਣਾ। ਅਜ਼ਮਾ ਕੇ ਵੇਖ ਲੈ ਮੇਰੀ ਗੱਲ, ਕੱਲਾ ਵੀ ਬਹਿ ਕੇ ਵੇਖ ਲੈ, ਤੇਰੇ ਰਿਜ਼ਕ 'ਚ ਬਰਕਤ ਵੱਧਦੀ ਜਾਏਗੀ। ਅਗਰ ਤੇਰੇ ਵਿਹੜੇ 20 ਮਣ ਦਾਣੇ ਨੇ ਨਾ, 3 ਮਣ ਦਾਣੇ ਕਿਸੇ ਗਰੀਬ ਨੂੰ ਦੇ ਛੱਡ, 3-4 ਬੰਦਿਆਂ ਨੂੰ ਵੰਡ ਛੱਡ, ਉਹ ਤੇਰੇ 17 ਮਣ ਵੀ ਸਾਲ ਪੂਰਾ ਕੱਢ ਜਾਣਗੇ। ਸਹੀ ਬਾਤ, ਬਰਕਤ ਪੈ ਜਾਂਦੀ ਜੇ। ਬਰਕਤ ਇਸ ਚੀਜ਼ ਨੂੰ ਕਹਿੰਦੇ ਨਾ। ਇਹ ਭੜੋਲੇ 'ਚ ਤੁਸੀਂ ਦਾਣੇ ਪਾਏ ਨੇ, ਬੰਦੇ ਥੱਲੋਂ ਕੱਢੀ ਜਾਂਦੇ ਨੇ, ਮੁੱਕਦੇ ਨਹੀਂ ਦਾਣੇ। ਸਹੀ ਬਾਤ, ਨਹੀਂ ਮੁੱਕਦੇ। ਜਿਸ ਬਟਵੇ 'ਚ ਤੁਹਾਡੇ ਪੈਸੇ ਨਿਕਲਦੇ ਪਏ ਨਾ, ਉਸ ਬਟਵੇ 'ਚ ਪੈਸੇ ਨਹੀਂ ਮੁੱਕਣ ਲੱਗੇ। ਤੇ ਜੇ ਤੁਸੀਂ ਪਾਈ ਜਾਣੇ ਨੇ, ਕੱਢਣੇ ਨਹੀਂ ਨਾ, ਤੇ ਫਿਰ ਉਹ ਅੱਗੋਂ ਆਉਣੇ ਬੰਦ ਹੋ ਜਾਣੇ ਜੇ। ਪੱਕੀ ਗੱਲ, ਕੱਢਦੇ ਜਾਓਗੇ ਅੱਗੋਂ ਆਉਂਦੇ ਜਾਣਗੇ। ਤੇ ਜੇ ਤੁਸੀਂ ਜਮ੍ਹਾਂ ਕਰਦੇ ਰਹੇ ਵੀ ਇਹ ਵੀ ਕਰ ਲਈਏ, ਇਹ ਵੀ ਕਰ ਲਈਏ, ਇਹ ਵੀ 2000 ਰੁਪਈਆ ਵੀ ਜਮ੍ਹਾਂ ਕਰ ਲਓ, ਇਹ 3000 ਦੀ ਵੀ ਕਮੇਟੀ ਪਾ ਲਓ, ਇਹ 4000 ਦੀ ਵੀ ਕਮੇਟੀ ਪਾ ਲਓ, ਉਹ ਫਿਰ ਕਮੇਟੀਆਂ ਹੀ ਪੈਣੀਆਂ ਨੇ, ਅੱਗੋਂ ਕੋਈ ਨਹੀਂ ਆਉਣਾ। ਉਹ ਫਿਰ ਉੱਥੇ ਹੀ ਰਹਿਣਾ ਨਿਜ਼ਾਮ ਤੁਹਾਡਾ। ਇਸ ਵਾਸਤੇ ਜਿਹੜੀਆਂ ਗੱਲਾਂ ਕੀਤੀਆਂ ਨੇ, ਦੁਆ ਕਰੋ ਅੱਲਾ ਇਹਨਾਂ ਤੇ ਅਮਲ ਦੀ ਤੌਫੀਕ ਅਤਾ ਫਰਮਾਏ। ਇੱਕ ਮਾਮੂਲ ਬਣਾਓ, ਘਰ ਵਿੱਚ ਵੀ ਜਾ ਕੇ ਮਾਮੂਲ ਬਣਾਓ। ਕੋਈ ਵੀ ਹੈ ਮੰਗਣ ਵਾਲਾ, ਰਾਹਗੀਰ ਹੈ, ਉਹਨੂੰ ਖਾਣਾ ਖਿਲਾ ਦੋ। ਬਹੁਤ ਭਾਜੀ ਰੋਟੀ ਖਾਣੀ ਜੇ, ਕੀ ਖਾਣਾ ਜੇ, ਜੋ ਮਿਸਾਲ ਹੋਣਾ ਸਾਂ ਪੱਕਿਆ ਤੁਸੀਂ ਖਾ ਲਓ, ਕੋਈ ਗੱਲ। ਇਹਦੇ 'ਚ ਬੜੀ ਬਰਕਤ ਪੈਂਦੀ ਜੇ। ਦੁਕਾਨ ਵਿੱਚ ਬਰਕਤ ਪਵੇਗੀ, ਕਾਰੋਬਾਰ ਵਿੱਚ ਬਰਕਤ ਪਵੇਗੀ, ਤੁਹਾਡੇ ਖਾਨਦਾਨ ਵਿੱਚ ਬਰਕਤ ਪਵੇਗੀ। ਜਿਉਂ ਤਕਸੀਮ ਕਰੋਗੇ, ਵੰਡਦੇ ਜਾਓਗੇ, ਅੱਲਾ ਬਰਕਤ ਪਾਉਂਦਾ ਜਾਏਗਾ। ਅੱਲਾ ਪਾਕ ਇਹਨਾਂ ਬਾਤਾਂ ਤੇ ਅਮਲ ਕਰਨੇ ਦੀ ਤੌਫੀਕ ਅਤਾ।